देखो ਅੱਜ ਜਿਹੜਾ ਪ੍ਰਦਰਸ਼ਨ ਫੈਡਰੇਸ਼ਨ ਆਫ ਸਦਰ ਬਾਜ਼ਾਰ ਟ੍ਰੇਡ ਐਸੋਸੀਏਸ਼ਨ ਦੇ ਬੈਨਰ ਥੱਲੇ ਹੋਇਆ ਹੈ, ਉਹਦਾ ਮੇਨ ਮਕਸਦ ਹੈ ਕਿ ਜਿਸ ਪ੍ਰਕਾਰ ਅਮਰੀਕਾ ਨੇ ਇੱਕ ਆਪਣਾ ਤਾਨਾਸ਼ਾਹੀ ਦਿਖਾਉਂਦੇ ਹੋਏ ਭਾਰਤ ਦੇ ਉੱਤੇ ਟੈਰਿਫ ਲਗਾ ਚੜਿਆ ਹੈ, ਉਹਦਾ ਅਸੀਂ ਵਿਰੋਧ ਕੀਤਾ ਵਾ। ਕਿਉਂਕਿ ਇਹ ਟੈਰਿਫ ਜਿਹੜਾ ਲੱਗਾ ਵਾ ਇਹ ਇੱਕ ਤਰ੍ਹਾਂ ਨੇ ਅਮਰੀਕਾ ਨੇ ਆਪਣੀ ਦਾਦਾਗਿਰੀ ਦਿਖਾਈ ਹੈ। ਕਿਉਂਕਿ ਇਹਦੇ ਵਿੱਚ ਜਿਵੇਂ ਅਮਰੀਕਾ ਔਰ ਭਾਰਤ ਦੇ ਸੰਬੰਧ ਨੇ ਉਹ ਤੇ ਖਰਾਬ ਹੋਣਗੇ, ਜਿਵੇਂ ਵਪਾਰ ਦੇ ਸੰਬੰਧ ਨੇ ਉਹ ਵੀ ਖਰਾਬ ਹੋਣਗੇ। ਔਰ ਕਈ ਸਾਡੇ ਜਿਹੜੇ ਇੱਥੇ ਫੈਕਟਰੀ ਵਾਲੇ ਨੇ ਉਹਨਾਂ ਨੇ ਮਾਲ ਤਿਆਰ ਕੀਤੇ ਹੋਏ ਨੇ, ਉੱਥੋਂ ਐਡਵਾਂਸ ਆਇਆ ਹੋਇਆ, ਉਹ ਮਾਲ ਜਾ ਨਹੀਂ ਪਾ ਰਿਹਾ। ਪੂਰੀ ਇੰਡਸਟਰੀ ਬੈਠੀ, ਨਾ ਮਾਲ ਉਹ ਵੇਚ ਪਾ ਰਿਹਾ ਕਿਧਰੇ, ਨਾ ਉਹ ਰੱਖ ਪਾ ਰਿਹਾ, ਕਿਉਂਕਿ ਇੰਨੀ ਜਗ੍ਹਾ ਘਿਰ ਜਾਂਦੀ ਹੈ ਤੇ ਇਹਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ। ਇਹ ਨਹੀਂ ਸਾਡੇ ਭਾਰਤ ਦਾ ਹੀ ਹੋ ਰਿਹਾ, ਉੱਥੇ ਅਮਰੀਕਾ ਦੇ ਲੋਕਾਂ ਦਾ ਵੀ ਹੋ ਰਿਹਾ। ਉਹਨਾਂ ਦੇ ਐਡਵਾਂਸ ਵੀ ਗਏ ਨੇ, ਉਹਨਾਂ ਦੇ ਵੀ ਆਰਡਰ ਕੈਂਸਲ ਹੋ ਰਹੇ ਨੇ। ਤੇ ਇਹ ਜਿਹੜਾ ਟਰੰਪ ਨੇ ਤਾਨਾਸ਼ਾਹੀ ਕੀਤੀ ਹੈ ਤੇ ਇਹਦੇ ਵਿਰੋਧ ਵਿੱਚ ਅੱਜ ਅਸੀਂ ਧਰਨਾ ਪ੍ਰਦਰਸ਼ਨ ਦਿੱਤਾ ਹੈ, ਜਿਹਦੇ ਵਿੱਚ ਸਾਡੇ ਸੈਂਕੜੋਂ ਵਪਾਰੀ ਸਦਰ ਬਾਜ਼ਾਰ ਦੇ ਸੀ। ਕਿਉਂਕਿ ਸਾਡਾ ਇਹ ਕਹਿਣਾ ਹੈ ਕਿ ਵਪਾਰੀ ਨੂੰ ਇਸ ਪ੍ਰਕਾਰ ਤੇ ਮੇਰੇ ਟੈਰਿਫ ਲਗਾ ਕਰ ਇਹ ਇੱਕ ਤਰ੍ਹਾਂ ਨਾਲ, ਮੈਂ ਦੂਜਾ ਉਦਾਹਰਨ ਦਵਾਂ ਤੇ ਜੱਜੀਆ ਟੈਕਸ ਹੋ ਗਿਆ ਕਿ ਵਪਾਰੀ ਦੇ ਉੱਤੇ ਲਗਾ ਦਿੱਤਾ ਕਿ ਇੰਨਾ ਪੈਸਾ ਦੋਗੇ ਤੇ ਤਦ ਤੁਹਾਡਾ ਮਾਲ ਜਾਏਗਾ। ਤੇ ਉਸ ਨੂੰ ਅਸੀਂ ਲੈ ਕੇ ਵਿਰੋਧ ਜਤਾਇਆ ਵਾ। ਔਰ ਅਸੀਂ ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਮੰਗ ਕੀਤੀ ਹੈ ਕਿ ਉਹ GST 'ਚ ਘੱਟ ਤੋਂ ਘੱਟ ਰੇਟ ਕਰਨ, ਜਿਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਅਸੀਂ ਬਾਹਰ ਦੀ ਕੰਟਰੀਆਂ ਦਾ ਮੁਕਾਬਲਾ ਕਰ ਪਾਈਏ ਔਰ ਉਹਨਾਂ ਨੂੰ ਆਪਣਾ ਮਾਲ ਸਪਲਾਈ ਕਰੀਏ। ਉਹ ਮਜਬੂਰ ਹੋ ਜਾਣ ਸਾਡੇ ਤੋਂ ਮਾਲ ਲੈਣੇ 'ਚ, ਅਸੀਂ ਇੰਨਾ ਸਸਤਾ ਹੀ ਦੇ ਪਾਈਏ। ਔਰ ਸਾਡੀਆਂ ਫੈਕਟਰੀਆਂ ਨੂੰ, ਸਾਡੀ ਜਿਹੜੀ ਟ੍ਰੇਡਰਸ ਨੂੰ ਲੋਨ ਸਸਤਾ ਹੀ ਦਿੱਤਾ ਜਾਏ ਔਰ ਉੱਥੇ ਜਿਹੜਾ ਸੁਧਾਰ ਕੀਤਾ ਜਾਏ, ਜਿਹਦੇ ਆਉਣ ਵਾਲੇ ਟਾਈਮ ਵਿੱਚ ਜਿਹੜਾ ਬਾਹਰ ਦਾ ਵਪਾਰੀ ਵੀ ਆਏ ਉਹ ਵੀ ਸਾਡੀ ਇੰਡਸਟਰੀ ਨੂੰ ਦੇਖੇ, ਸਾਡੇ ਦੇਸ਼ ਨੂੰ ਦੇਖੇ ਔਰ ਸਾਡੇ ਕੋਲ ਮਾਲ ਖਰੀਦੇ। ਕਿਉਂਕਿ ਸਾਡੀ ਇੰਡਸਟਰੀ ਕਿਸੇ ਤੋਂ ਘੱਟ ਨਹੀਂ ਹੈਗੀ। ਤੁਹਾਨੂੰ ਦੱਸਾਂ ਕਿ ਜਿਸ ਟਾਈਮ ਚਾਈਨਾ ਤੋਂ ਹੋਰ ਵੀ ਕੰਟਰੀਆਂ ਤੋਂ ਮੂਰਤੀਆਂ ਆਉਂਦੀਆਂ ਸੀ ਜਾਂ ਕਿਧਰੋਂ ਵੀ ਆਉਂਦੀਆਂ ਸੀ, ਹੋਰ ਵੀ ਕਈ ਸਮਾਨ ਆਉਂਦੇ ਸੀ, ਲਾਈਟਾਂ ਵਗੈਰਾ ਆਉਂਦੀਆਂ ਸੀ, ਤੇ ਉਹ ਅੱਜ ਭਾਰਤ ਵਿੱਚ ਬੜੀ ਅੱਛੀਆਂ ਬਣ ਰਹੀਆਂ ਨੇ। ਤੇ ਇਹ ਚੀਜ਼ ਜਿਹੜੀ ਹੈ ਵੈ ਕਿ ਅਸੀਂ ਭਾਰਤ ਪੂਰੀ ਇੰਡਸਟਰੀ ਜਿਹੜੀ ਹੈਗਾ ਅੱਛੇ ਢੰਗ ਨਾਲ ਕੰਮ ਕਰ ਸਕਦੀ ਹੈ, ਪਰ ਸਰਕਾਰ ਦਾ ਸਹਿਯੋਗ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਕੋਈ ਨਿਰਦੇਸ਼ ਆਦੇਸ਼ ਕੁਝ ਨਹੀਂ ਆ ਰਿਹਾ? ਦੇਖੋ, ਸਰਕਾਰ ਆਪਣੇ ਤੌਰ ਤੇ ਸਾਰੀਆਂ ਗੱਲਾਂ ਕਰਦੀ ਹੈ, ਸਰਕਾਰ ਦਾ ਕੰਮ ਹੈ ਉਹ ਆਪਣੇ ਤੌਰ ਤੇ ਕਰਨਾ, ਮਗਰ ਸਾਡਾ ਕੰਮ ਹੈ ਕਿ ਅਸੀਂ ਵਪਾਰੀ ਹਾਂ, ਅਸੀਂ ਵਪਾਰੀ ਦੀ ਆਵਾਜ਼, ਜੋ ਵਪਾਰੀ ਦਾ ਦਰਦ ਹੈ ਉਹ ਪੂਰੀ ਦੁਨੀਆ ਨੂੰ ਦਿਖਾਣਾ ਕਿ ਕਿਸ ਪ੍ਰਕਾਰ ਅਮਰੀਕਾ ਦੀ ਤਾਨਾਸ਼ਾਹੀ ਭਾਰਤ ਦੇ ਵਪਾਰ ਨੂੰ, ਭਾਰਤ ਨੂੰ ਖਰਾਬ ਕਰਨ ਤੇ ਲੱਗੀ ਹੈ। ਔਰ ਇਹਦਾ ਮੇਨ ਮਕਸਦ ਹੈ ਕਿ ਭਾਰਤ ਉਸਤੇ ਤੋਂ ਦਬ ਕੇ ਰਹੇ। ਭਾਰਤ ਹੁਣ ਦਬਣ ਵਾਲਾ ਦੇਸ਼ ਨਹੀਂ ਰਿਹਾ। ਭਾਰਤ ਆਪਣੇ ਆਪ ਹੀ ਇੱਕ ਆਪਣੀ ਤਾਕਤ ਹੈ ਵੈ, ਉਹ ਹमेशा जब भी कोई निर्णय होगा अपने तौर पर लेगा। प्रदर्शन आपने किया है, क्या करेंगे? क्योंकि टैरिफ लग ही गया है। देखो, यह चीज है कि इस टाइम प्रदर्शन सदर बाजार फेडरेशन वालों किया गया है। ਹੁਣ ਆਉਣ ਵਾਲੇ ਟਾਈਮ ਵਿੱਚ ਅਸੀਂ ਦਿੱਲੀ ਦੇ ਵਪਾਰੀ, ਦੇਸ਼ ਦੇ ਵਪਾਰੀ ਸਾਰਿਆਂ ਨੂੰ ਇਕੱਤਰਿਤ ਕਰਾਂਗੇ ਔਰ ਉਹਨਾਂ ਨੂੰ ਲੈ ਕੇ ਹੋਰ ਜ਼ਿਆਦਾ ਵੱਡਾ ਪ੍ਰਦਰਸ਼ਨ ਕਰਾਂਗੇ, ਜਿਹਦੇ ਵਿੱਚ ਅਸੀਂ ਅਮਰੀਕਾ ਦਾ ਕੋਈ ਮੰਤਰੀ ਆਏਗਾ ਜਾਂ ਅਮਰੀਕਾ ਦੀ ਅੰਬੈਸੀ ਦਾ ਵੀ ਘਿਰਾਵ ਕਰਾਂਗੇ, ਕਿਉਂਕਿ ਸਾਡਾ ਮੇਨ ਮਕਸਦ ਹੈ ਕਿ ਉਹਨਾਂ ਨੂੰ ਪਤਾ ਲੱਗੇ ਜਿਸ ਪ੍ਰਕਾਰ ਇੱਥੇ ਬੜਾ ਰੋਸ਼ ਹੈਗਾ। थैंक यू। ओके जी, बड़े हुए टैरिफ से कितना असर पड़ रहा है व्यापारियों पर? देखिए, 64 आइटमों पर अमेरिकन प्रेसिडेंट ने 50% टैरिफ लगाया। उसमें से लमसम 16 इंडस्ट्रीज का बहुत बड़ा असर पड़ेगा। उनकी इंडस्ट्री लमसम बंद हो जाएंगी, क्योंकि उसका 100% या 90% जो एक्सपोर्ट है वो अमेरिका को हो रहा है। ये अमेरिकन प्रेसिडेंट ने अपनी व्यक्तिगत इच्छाओं को पूरा करने के लिए भारत के आर्थिक तंत्र पर हमला किया। और जब हमला होता है, चाहे वो सीमाओं पर हो, आर्थिक तंत्र पर हो, अस्मिता पे हो, स्वाभिमान पर हो, तो देश की जनता का फर्ज बनता है कि वो अपने प्राइम मिनिस्टर सरकार के साथ हो। तो हम अपनी सरकार के साथ हैं। प्रधानमंत्री नरेंद्र मोदी जी अपना कूटनीतिज्ञ माहौल बना रहे हैं। जापान ने आज 36,000 करोड़ रुपए का हमारे साथ इन्वेस्टमेंट की बात की। रशिया ने कहा कि पेट्रोल जितना मर्जी सस्ता करके देंगे और भी वो, और रुपए के अंदर उसका भुगतान होगा। आप अगर देखें, टोटल अमेरिका के जितने अर्थशास्त्री हैं, मैंने नियर अबाउट 26 अर्थशास्त्रियों की स्टेटमेंट पढ़ी कल रात को, तो उसमें 26 के 26 अर्थशास्त्री अपने राष्ट्रपति के खिलाफ हैं। वो ये कह रहे हैं कि अमेरिका के आर्थिक तंत्र पर ये कुठाराघात है। भारत के अमेरिका के संबंधों को जो बहुत टाइम बाद मजबूत हुए थे, ट्रंप ने उसको बर्बाद कर दिया। उनकी जो इकोनॉमिकल तंत्र की जितनी जो संस्थाएं हैं जो फंड देती हैं मार्केट में, उन्होंने कहा कि हमारे पर बहुत बड़ा असर पड़ेगा। भारत के उद्योगों की जो प्रोडक्टिविटी, जैसे मैं डायमंड की बात करूं
लेदर बैग की बात करूं, सूट की बात करूं, फार्मास्यूटिकल कंपनी की बात करूं, तो अमेरिका के पास इसका कोई अरेंजमेंट ही नहीं है दूसरा। तो वो लोग हमसे परचेज करेंगे ही करेंगे। तो ये 50% टैरिफ की जो महंगाई का बोझ है वो अमेरिकन जनता करेगी। और अमेरिका के उपराष्ट्रपति हैं, देखिए कितनी ब्लड स्टेटमेंट दी है उन्होंने कि मैं राष्ट्रपति पद संभालने के लिए पूरी तरह तैयार हूँ। एक राष्ट्रपति के होते हुए उपराष्ट्रपति ये कहे कि मैं राष्ट्रपति का पद संभालने के तैयार हूँ, तो मैं समझता हूँ कि एक प्रशासनिक अधिकारी ने दूसरे प्रशासनिक अधिकारी की जितनी भरपूर बेइज्जती की जा सकती थी वो उन्होंने की। और इसका जवाब हमारे प्रधानमंत्री की कूटनीति की जीत है। कल अगर आपने देखा होगा, कल शाम की रिपोर्ट में देखा होगा, तो अमेरिका ने फार्मास्यूटिकल कंपनी से 50% चार्ज हटा दिया, पेट्रोलियम पदार्थों से लेदर का हटा दिया, ऐसे 8-10 चीज़ों से हटाया है। आप देखिए हमारे जो, अब आप कहते हैं कि हम क्या करेंगे, व्यापारी का प्रदर्शन से क्या होगा? व्यापारी का प्रदर्शन से होता है देश की जनता को जागरूक करना। एक एक गृहिणी को पता होना चाहिए, एक एक बच्चे को पता होना चाहिए। जैसे 1900 जब हमारे शास्त्री जी प्रधानमंत्री होते थे तो अमेरिका ने हमें गेहूं देने से मना कर दिया था। आपको ध्यान हो, बिल्कुल ऑन दी रिकॉर्ड बात करता हूं मैं, ऑफ दी रिकॉर्ड बात नहीं कर रहा हूं। और इससे ज़्यादा गैर मानवता वाला क्या निर्णय हो सकता था उस वक्त में। लेकिन हमारे प्रधानमंत्री ने कहा कि एक दिन का फास्ट रखो। हम वो स्वाभिमानी कौम है, हमारी देश की जनता है अपने प्रधानमंत्री के साथ है। आज तो हम 5 ट्रिलियन की इकोनॉमी है, वर्ल्ड हमें जान रहा है, 4थे स्थान पर हम खड़े हैं, धीरे धीरे 3रे स्थान पर आने की तैयारी कर रहे हैं। तो अमेरिका को समझ लेना चाहिए, जिस तरीके से अमेरिका के राष्ट्रपति ने अपनी घोषणाएं की उससे उनके डॉलर की अस्मिता खतरे में पड़ गई है। रशिया ने कहा कि हम रुपए में लेंगे, चाइना ने कहा, ब्रिक्स कंट्रियों ने कहा जिनका 40% टोटल वर्ल्ड की इकोनॉमी में शेयर है। अब आप देखिए कितने आत्मघाती निर्णय कर रहे हैं ट्रंप साहब। सबसे बुजुर्ग लीडर हैं वो 80 साल की हो गई और एक सुपर पावर के राष्ट्रपति हैं, कोई छोटी मोटी कंट्री के राष्ट्रपति नहीं है। उनको अपनी मानसिकता मजबूत करनी चाहिए और वर्ल्ड की इकोनॉमी की तरफ से डिसीजन लेनी चाहिए, ऐसा मेरा मानना है। और भारतीय प्रधानमंत्री को जितना समर्थन इस मुद्दे पर मिला, मैं समझता हूँ कि वो बधाई के पात्र हैं। देखो ਅੱਜ ਜਿਹੜਾ ਪ੍ਰਦਰਸ਼ਨ ਫੈਡਰੇਸ਼ਨ ਆਫ ਸਦਰ ਬਾਜ਼ਾਰ ਟ੍ਰੇਡ ਐਸੋਸੀਏਸ਼ਨ ਦੇ ਬੈਨਰ ਥੱਲੇ ਹੋਇਆ ਹੈ, ਉਹਦਾ ਮੇਨ ਮਕਸਦ ਹੈ ਕਿ ਜਿਸ ਪ੍ਰਕਾਰ ਅਮਰੀਕਾ ਨੇ ਇੱਕ ਆਪਣਾ ਤਾਨਾਸ਼ਾਹੀ ਦਿਖਾਉਂਦੇ ਹੋਏ ਭਾਰਤ ਦੇ ਉੱਤੇ ਟੈਰਿਫ ਲਗਾ ਚੜਿਆ ਹੈ, ਉਹਦਾ ਅਸੀਂ ਵਿਰੋਧ ਕੀਤਾ ਵਾ। ਕਿਉਂਕਿ ਇਹ ਟੈਰਿਫ ਜਿਹੜਾ ਲੱਗਾ ਵਾ ਇਹ ਇੱਕ ਤਰ੍ਹਾਂ ਨੇ ਅਮਰੀਕਾ ਨੇ ਆਪਣੀ ਦਾਦਾਗਿਰੀ ਦਿਖਾਈ ਹੈ। ਕਿਉਂਕਿ ਇਹਦੇ ਵਿੱਚ ਜਿਵੇਂ ਅਮਰੀਕਾ ਔਰ ਭਾਰਤ ਦੇ ਸੰਬੰਧ ਨੇ ਉਹ ਤੇ ਖਰਾਬ ਹੋਣਗੇ, ਜਿਵੇਂ ਵਪਾਰ ਦੇ ਸੰਬੰਧ ਨੇ ਉਹ ਵੀ ਖਰਾਬ ਹੋਣਗੇ। ਔਰ ਕਈ ਸਾਡੇ ਜਿਹੜੇ ਇੱਥੇ ਫੈਕਟਰੀ ਵਾਲੇ ਨੇ ਉਹਨਾਂ ਨੇ ਮਾਲ ਤਿਆਰ ਕੀਤੇ ਹੋਏ ਨੇ, ਉੱਥੋਂ ਐਡਵਾਂਸ ਆਇਆ ਹੋਇਆ, ਉਹ ਮਾਲ ਜਾ ਨਹੀਂ ਪਾ ਰਿਹਾ। ਪੂਰੀ ਇੰਡਸਟਰੀ ਬੈਠੀ, ਨਾ ਮਾਲ ਉਹ ਵੇਚ ਪਾ ਰਿਹਾ ਕਿਧਰੇ, ਨਾ ਉਹ ਰੱਖ ਪਾ ਰਿਹਾ, ਕਿਉਂਕਿ ਇੰਨੀ ਜਗ੍ਹਾ ਘਿਰ ਜਾਂਦੀ ਹੈ ਤੇ ਇਹਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ। ਇਹ ਨਹੀਂ ਸਾਡੇ ਭਾਰਤ ਦਾ ਹੀ ਹੋ ਰਿਹਾ ਹੈ, ਉੱਥੇ ਅਮਰੀਕਾ ਦੇ ਲੋਕਾਂ ਦਾ ਵੀ ਹੋ ਰਿਹਾ। ਉਹਨਾਂ ਦੇ ਐਡਵਾਂਸ ਵੀ ਗਏ ਨੇ, ਉਹਨਾਂ ਦੇ ਵੀ ਆਰਡਰ ਕੈਂਸਲ ਹੋ ਰਹੇ ਨੇ। ਤੇ ਇਹ ਜਿਹੜਾ ਟਰੰਪ ਨੇ ਤਾਨਾਸ਼ਾਹੀ ਕੀਤੀ ਹੈ ਤੇ ਇਹਦੇ ਵਿਰੋਧ ਵਿੱਚ ਅੱਜ ਅਸੀਂ ਧਰਨਾ ਪ੍ਰਦਰਸ਼ਨ ਦਿੱਤਾ ਹੈ, ਜਿਹਦੇ ਵਿੱਚ ਸਾਡੇ ਸੈਂਕੜੋਂ ਵਪਾਰੀ ਸਦਰ ਬਾਜ਼ਾਰ ਦੇ ਸੀ। ਕਿਉਂਕਿ ਸਾਡਾ ਇਹ ਕਹਿਣਾ ਹੈ ਕਿ ਵਪਾਰੀ ਨੂੰ ਇਸ ਪ੍ਰਕਾਰ ਤੇ ਮਤਲਬ ਟੈਰਿਫ ਲਗਾ ਕਰ ਇਹ ਇੱਕ ਤਰ੍ਹਾਂ ਦਾ, ਮੈਂ ਦੂਜਾ ਉਦਾਹਰਨ ਦਵਾਂ ਤੇ ਜੱਜੀਆ ਟੈਕਸ ਹੋ ਗਿਆ ਕਿ ਵਪਾਰੀ ਦੇ ਉੱਤੇ ਲਗਾ ਦਿੱਤਾ ਕਿ ਇੰਨਾ ਪੈਸਾ ਦੋਗੇ ਤੇ ਤਦ ਤੁਹਾਡਾ ਮਾਲ ਜਾਏਗਾ। ਤੇ ਉਸ ਨੂੰ ਅਸੀਂ ਲੈ ਕੇ ਵਿਰੋਧ ਜਤਾਇਆ ਵੈ। ਔਰ ਅਸੀਂ ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਮੰਗ ਕੀਤੀ ਹੈ ਕਿ ਉਹ GST 'ਚ ਘੱਟ ਤੋਂ ਘੱਟ ਰੇਟ ਕਰਨ, ਜਿਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਅਸੀਂ ਬਾਹਰ ਦੀ ਕੰਟਰੀਆਂ ਦਾ ਮੁਕਾਬਲਾ ਕਰ ਪਾਈਏ ਔਰ ਉਹਨਾਂ ਨੂੰ ਆਪਣਾ ਮਾਲ ਸਪਲਾਈ ਕਰੀਏ। ਉਹ ਮਜਬੂਰ ਹੋ ਜਾਣ ਸਾਡੇ ਤੋਂ ਮਾਲ ਲੈਣੇ 'ਚ, ਅਸੀਂ ਇੰਨਾ ਸਸਤਾ ਹੀ ਦੇ ਪਾਈਏ। ਔਰ ਸਾਡੀਆਂ ਫੈਕਟਰੀਆਂ ਨੂੰ, ਸਾਡੀ ਜਿਹੜੀ ਟ੍ਰੇਡਰਸ ਨੂੰ ਲੋਨ ਸਸਤਾ ਹੀ ਦਿੱਤਾ ਜਾਏ ਔਰ ਉੱਥੇ ਜਿਹੜਾ ਸੁਧਾਰ ਕੀਤਾ ਜਾਏ, ਜਿਹਦੇ ਆਉਣ ਵਾਲੇ ਟਾਈਮ ਵਿੱਚ ਜਿਹੜਾ ਬਾਹਰ ਦਾ ਵਪਾਰੀ ਵੀ ਆਏ ਉਹ ਵੀ ਸਾਡੀ ਇੰਡਸਟਰੀ ਨੂੰ ਦੇਖੇ, ਸਾਡੇ ਦੇਸ਼ ਨੂੰ ਦੇਖੇ ਔਰ ਸਾਡੇ ਕੋਲ ਮਾਲ ਖਰੀਦੇ। ਕਿਉਂਕਿ ਸਾਡੀ ਇੰਡਸਟਰੀ ਕਿਸੇ ਤੋਂ ਘੱਟ ਨਹੀਂ ਹੈਗੀ। ਤੁਹਾਨੂੰ ਦੱਸਾਂ ਕਿ ਜਿਸ ਟਾਈਮ ਚਾਈਨਾ ਤੋਂ ਹੋਰ ਵੀ ਕੰਟਰੀਆਂ ਤੋਂ ਮੂਰਤੀਆਂ ਆਉਂਦੀਆਂ ਸੀ ਜਾਂ ਕਿਧਰੋਂ ਵੀ ਆਉਂਦੀਆਂ ਸੀ, ਹੋਰ ਵੀ ਕਈ ਸਮਾਨ ਆਉਂਦੇ ਸੀ, ਲਾਈਟਾਂ ਵਗੈਰਾ ਆਉਂਦੀਆਂ ਸੀ, ਤੇ ਉਹ ਅੱਜ ਭਾਰਤ ਵਿੱਚ ਬੜੀ ਅੱਛੀਆਂ ਬਣ ਰਹੀਆਂ ਨੇ। ਤੇ ਇਹ ਚੀਜ਼ ਜਿਹੜੀ ਹੈ ਕਿ ਅਸੀਂ ਭਾਰਤ ਪੂਰੀ ਇੰਡਸਟਰੀ ਜਿਹੜੀ ਹੈਗਾ ਅੱਛੇ ਢੰਗ ਨਾਲ ਕੰਮ ਕਰ ਸਕਦੀ ਹੈ, ਪਰ ਸਰਕਾਰ ਦਾ ਸਹਿਯੋਗ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਕੋਈ ਨਿਰਦੇਸ਼ ਆਦੇਸ਼ ਕੁਝ ਨਹੀਂ ਆ ਰਿਹਾ? ਦੇਖੋ, ਸਰਕਾਰ ਆਪਣੇ ਤੌਰ ਤੇ ਸਾਰੀਆਂ ਗੱਲਾਂ ਕਰਦੀ ਹੈ, ਸਰਕਾਰ ਦਾ ਕੰਮ ਹੈ ਉਹ ਆਪਣੇ ਤੌਰ ਤੇ ਕਰਨਾ, ਮਗਰ ਸਾਡਾ ਕੰਮ ਹੈ ਕਿ ਅਸੀਂ ਵਪਾਰੀ ਹਾਂ, ਅਸੀਂ ਵਪਾਰੀ ਦੀ ਆਵਾਜ਼, ਜੋ ਵਪਾਰੀ ਦਾ ਦਰਦ ਹੈ ਉਹ ਪੂਰੀ ਦੁਨੀਆ ਨੂੰ ਦਿਖਾਣਾ ਕਿ ਕਿਸ ਪ੍ਰਕਾਰ ਅਮਰੀਕਾ ਦੀ ਤਾਨਾਸ਼ਾਹੀ ਭਾਰਤ ਦੇ ਵਪਾਰ ਨੂੰ, ਭਾਰਤ ਨੂੰ ਖਰਾਬ ਕਰਨ ਤੇ ਲੱਗੀ ਹੈ। ਔਰ ਇਹਦਾ ਮੇਨ ਮਕਸਦ ਹੈ ਕਿ ਭਾਰਤ ਉਸ ਤੋਂ ਦਬ ਕੇ ਰਹੇ। ਭਾਰਤ ਹੁਣ ਦਬਣ ਵਾਲਾ ਦੇਸ਼ ਨਹੀਂ ਰਿਹਾ।
भारत अपने आप ही एक अपनी ताकत है वह वो हमेशा जब भी कोई निर्णय होगा अपने तौर पर लेगा। प्रदर्शन आपने किया है, अब क्या करेंगे क्योंकि टैरिफ तो लग ही गया है। देखो यह चीज है वह कि इस टाइम प्रदर्शन सदर बाजार फेडरेशन वालों किया गया है। ਹੁਣ ਆਉਣ ਵਾਲੇ ਟਾਈਮ ਵਿੱਚ ਅਸੀਂ ਦਿੱਲੀ ਦੇ ਵਪਾਰੀ ਦੇਸ਼ ਦੇ ਵਪਾਰੀ ਸਾਰਿਆਂ ਨੂੰ ਇਕੱਤਰਿਤ ਕਰਾਂਗੇ ਔਰ ਉਹਨਾਂ ਨੂੰ ਲੈ ਕੇ ਹੋਰ ਜ਼ਿਆਦਾ ਵੱਡਾ ਪ੍ਰਦਰਸ਼ਨ ਕਰਾਂਗੇ ਜਿਹਦੇ ਵਿੱਚ ਅਸੀਂ ਅਮਰੀਕਾ ਦਾ ਕੋਈ ਮੰਤਰੀ ਆਏਗਾ ਜਾਂ ਅਮਰੀਕਾ ਦੀ ਅੰਬੈਸੀ ਦਾ ਵੀ ਘਿਰਾਵ ਕਰਾਂਗੇ ਕਿਉਂਕਿ ਸਾਡਾ ਮੇਨ ਮਕਸਦ ਹੈ ਵੈ ਕਿ ਉਹਨਾਂ ਨੂੰ ਪਤਾ ਲੱਗੇ ਜਿਸ ਪ੍ਰਕਾਰ ਇੱਥੇ ਬੜਾ ਰੋਸ਼ ਹੈਗਾ। थैंक यू। ओके जी, बढ़े हुए टैरिफ से कितना असर पड़ रहा है व्यापारियों पर? देखिए 64 आइटमों पर अमेरिकन प्रेसिडेंट ने 50% टैरिफ लगाया। उसमें से लमसम 16 इंडस्ट्रीज का बहुत बड़ा असर पड़ेगा। उनकी इंडस्ट्री लमसम बंद हो जाएंगी क्योंकि उसका 100% या 90% जो एक्सपोर्ट है वो अमेरिका को हो रहा है। ये अमेरिकन प्रेसिडेंट ने अपनी व्यक्तिगत इच्छाओं को पूरा करने के लिए भारत के आर्थिक तंत्र पर हमला किया और जब हमला होता है चाहे वो सीमाओं पर हो, आर्थिक तंत्र पर हो, अस्मिता पे हो, स्वाभिमान पर हो, तो देश की जनता का फर्ज बनता है कि वो अपने प्राइम मिनिस्टर सरकार के साथ हो। तो हम अपनी सरकार के साथ हैं। प्रधानमंत्री नरेंद्र मोदी जी अपना कूटनीतिज्ञ माहौल बना रहे हैं। जापान ने आज 36,000 करोड़ रुपए का हमारे साथ इन्वेस्टमेंट की बात की। रशिया ने कहा कि पेट्रोल जितना मर्जी सस्ता करके देंगे और भी वो, और रुपए के अंदर उसका भुगतान होगा। आप अगर देखें टोटल अमेरिका के जितने अर्थशास्त्री हैं, मैंने नियर अबाउट 26 अर्थशास्त्रियों की स्टेटमेंट पढ़ी कल रात को, तो उसमें 26 के 26 अर्थशास्त्री अपने राष्ट्रपति के खिलाफ हैं। वो ये कह रहे हैं कि अमेरिका के आर्थिक तंत्र पर ये कुठाराघात है। भारत के अमेरिका के संबंधों को जो बहुत टाइम बाद मजबूत हुए थे, ट्रंप ने उसको बर्बाद कर दिया। उनकी जो इकोनॉमिकल तंत्र की जितनी जो संस्थाएं हैं जो फंड देती हैं मार्केट में, उन्होंने कहा कि हमारे पर बहुत बुरा असर पड़ेगा। भारत के उद्योगों की जो प्रोडक्टिव है, जैसे मैं डायमंड की बात करूं, लेदर बैग की बात करूं, सूत की बात करूं, फार्मास्यूटिकल कंपनी की बात करूं, तो अमेरिका के पास इसका कोई अरेंजमेंट ही नहीं है दूसरा। तो वो लोग हमसे परचेज करेंगे ही करेंगे। तो ये 50% टैरिफ की जो महंगाई का बोझ है वो अमेरिकन जनता करेगी। और अमेरिका के उपराष्ट्रपति हैं, देखिए कितनी ब्लड स्टेटमेंट दिए उन्होंने कि मैं राष्ट्रपति पद संभालने के लिए पूरी तरह तैयार हूँ। एक राष्ट्रपति के होते हुए उपराष्ट्रपति ये कहे कि मैं राष्ट्रपति का पद संभालने के तैयार हूँ, तो मैं समझता हूँ कि एक प्रशासनिक अधिकारी ने दूसरे प्रशासनिक अधिकारी की जितनी भरपूर बेइज्जती की जा सकती थी वो उन्होंने की। और इसका जवाब हमारे प्रधानमंत्री की कूटनीति की जीत है। कल अगर आपने देखा होगा, कल शाम की रिपोर्ट में देखा होगा, तो अमेरिका ने फार्मास्यूटिकल कंपनी से 50% चार्ज हटा दिया, पेट्रोलियम पदार्थों से लेदर का हटा दिया, ऐसे 8-10 चीज़ों से हटाया है। आप देखिए हमारे जो, अब आप कहते हैं कि हम क्या करेंगे, व्यापारी का प्रदर्शन से क्या होगा? व्यापारी का प्रदर्शन से होता है देश की जनता को जागरूक करना। एक एक गृहिणी को पता होना चाहिए, एक एक बच्चे को पता होना चाहिए। जैसे 1900 जब हमारे शास्त्री जी प्रधानमंत्री होते थे तो अमेरिका ने हमें गेहूं देने से मना कर दिया था। आपको ध्यान हो, बिल्कुल ऑन दी रिकॉर्ड बात करता हूं मैं, ऑफ दी रिकॉर्ड बात नहीं कर रहा हूं। और इससे ज़्यादा गैर मानवता वाला क्या निर्णय हो सकता था उस वक्त में। लेकिन हमारे प्रधानमंत्री ने कहा कि एक दिन का फास्ट रखो। हम वो स्वाभिमानी कौम है, हमारी देश की जनता है अपने प्रधानमंत्री के साथ है। आज तो हम 5 ट्रिलियन की इकोनॉमी है, वर्ल्ड हमें जान रहा है, 4थे स्थान पर हम खड़े हैं, धीरे धीरे 3रे स्थान पर आने की तैयारी कर रहे हैं। तो अमेरिका को समझ लेना चाहिए, जिस तरीके से अमेरिका के राष्ट्रपति ने अपनी घोषणाएं की उससे उनके डॉलर की अस्मिता खतरे में पड़ गई है। रशिया ने कहा कि हम रुपए में लेंगे, चाइना ने कहा, ब्रिक्स कंट्रियों ने कहा जिनका 40% टोटल वर्ल्ड की इकोनॉमी में शेयर है। अब आप देखिए कितने आत्मघाती निर्णय कर रहे हैं ट्रंप साहब। सबसे बुजुर्ग लीडर हैं वो 80 साल की हो गई और एक सुपर पावर के राष्ट्रपति हैं, कोई छोटी मोटी कंट्री के राष्ट्रपति नहीं है। उनको अपनी मानसिकता मजबूत करनी चाहिए और वर्ल्ड की इकोनॉमी की तरफ से डिसीजन लेने चाहिए, ऐसा मेरा मानना है। और भारतीय प्रधानमंत्री को जितना समर्थन इस मुद्दे पर मिला, मैं समझता हूँ कि वो बधाई के पात्र हैं।